ਹਾਂਜੀ, ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਚੋਣਵੇਂ ਪੰਜਾਬੀ ਨਿਬੰਧ ਦੇ ਵਿੱਚੋਂ ਪਹਿਲਾ ਨਿਬੰਧ ਪੜ੍ਹਾਂਗੇ ਕਿਰਤ, ਜਿਸ ਦਾ ਨਾਮ ਹੈ ਕਿਰਤ, ਪ੍ਰੋਫੈਸਰ ਪੂਰਨ ਸਿੰਘ ਦਾ ਲਿਖਿਆ ਹੋਇਆ। ਇਹ ਪੜ੍ਹਾਂਗੇ ਅੱਜ ਆਪਾਂ। ਅਤੇ ਪਿਛਲੇ ਨਿਬੰਧ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਸੜਕ ਪਾਰ ਕਰਦਾ ਬੜੇਪਾ, ਜੋ ਕਿ ਕੁਲਵੀਰ ਸਿੰਘ ਕਾਂਗ ਦੀ ਰਚਨਾ ਸੀ। ਹਾਂਜੀ, ਇਹ ਨਿਬੰਧ ਥੋੜ੍ਹਾ ਜਿਹਾ ਲੰਬਾ ਗਾ, ਇਸ ਕਰਕੇ ਆਪਾਂ ਇਸਨੂੰ 3 ਪਾਰਟ ਦੇ ਵਿੱਚ ਵੰਡ ਕੇ ਪੜ੍ਹਾਂਗੇ। ਚੋਣਵੇਂ ਪੰਜਾਬੀ ਨਿਬੰਧ। ਪਹਿਲਾ ਨਿਬੰਧ ਕਿਰਤ। ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਕਾਲ ਨਾਲ ਜਾਣ ਪਛਾਣ ਕਰਾਉਂਦਿਆਂ ਉਸਦੀ ਸਾਹਿਤ ਸੇਵਾ ਬਾਰੇ ਜਾਣਕਾਰੀ ਦਿਓ। ਜਾਂ ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਅਤੇ ਰਚਨਾ ਬਾਰੇ ਜਾਣਕਾਰੀ ਦਿੰਦਿਆਂ ਦੱਸੋ ਕਿ ਪੰਜਾਬੀ ਵਾਰਤਕ ਰਚਨਾ ਵਿੱਚ ਉਸਦਾ ਕੀ ਯੋਗਦਾਨ ਹੈ। ਪ੍ਰੋਫੈਸਰ ਪੂਰਨ ਸਿੰਘ ਦਾ ਨਾਂ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ ਵਿੱਚ ਉੱਘਾ ਹੈ। ਉਹ ਉੱਚ ਕੋਟੀ ਦੇ ਗੱਦਕਾਰ ਅਤੇ ਕਵੀ ਸਨ। ਇਸ ਤੋਂ ਬਿਨਾਂ ਉਹ ਰਸਾਇਣ ਵਿਗਿਆਨੀ, ਬੁੱਧੀਜੀਵੀ ਚਿੰਤਕ, ਇਨਕਲਾਬੀ ਵਕਤਾ, ਸੁਹਜ ਪਸੰਦ, ਰੋਮਾਂਟਿਕ ਅਤੇ ਰਹੱਸਵਾਦੀ ਵੀ ਸਨ। ਪ੍ਰੋਫੈਸਰ ਸਾਹਿਬ ਦਾ ਜਨਮ 18 ਫਰਵਰੀ 1881 ਈਸਵੀ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਹਜ਼ਾਰਾ ਵਿੱਚ ਸਲਹੱਡ ਨਾਂ ਦੇ ਪਿੰਡ ਵਿੱਚ ਸਰਦਾਰ ਕਰਤਾਰ ਸਿੰਘ ਦੇ ਘਰ ਹੋਇਆ। ਲਾਹੌਰ ਅਤੇ ਰਾਵਲਪਿੰਡੀ ਤੋਂ ਵਿੱਦਿਆ ਪ੍ਰਾਪਤ ਕਰਨ ਪਿੱਛੋਂ ਆਪ ਉਚੇਰੀ ਵਿੱਦਿਆ ਲਈ ਜਾਪਾਨ ਚਲੇ ਗਏ ਅਤੇ ਟੋਕੀਓ ਯੂਨੀਵਰਸਿਟੀ ਤੋਂ ਆਪ ਨੇ ਵਣ ਰਸਾਇਣ ਵਿਗਿਆਨ ਦੀ ਡਿਗਰੀ ਲਈ। ਇੱਥੇ ਹੀ ਉਹਨਾਂ ਨੇ ਜਾਪਾਨੀ ਅਤੇ ਜਰਮਨ ਬੋਲੀਆਂ ਵਿੱਚ ਵਿੱਦਿਆ ਪ੍ਰਾਪਤ ਕੀਤੀ। ਇੱਥੇ ਹੀ 1902 ਵਿੱਚ ਆਪ ਦੀ ਸਵਾਮੀ ਤੀਰਥ ਨਾਲ ਮੁਲਾਕਾਤ ਹੋਈ ਅਤੇ ਆਪ ਸੰਨਿਆਸੀ ਬਣ ਗਏ। ਜਦੋਂ ਤੱਕ ਆਪ ਭਾਰਤ ਪਰਤੇ ਤਾਂ ਰੋੜ ਮੋੜ ਸਾਧੂ ਸਨ। ਪਿਤਾ ਜੀ ਨੂੰ ਆਪ ਦੀ ਇਹ ਹਾਲਤ ਦੇਖ ਕੇ ਬਹੁਤ ਦੁੱਖ ਹੋਇਆ। 1904 ਵਿੱਚ ਆਪ ਦਾ ਵਿਆਹ ਮਾਇਆਵਤੀ ਨਾਲ ਹੋਇਆ। ਫਿਰ ਉਹ ਵਿਕਟੋਰੀਆ ਡਾਇਮੰਡ ਜੁਬਲੀ ਇੰਸਟੀਚਿਊਟ ਲਾਹੌਰ ਵਿੱਚ ਪ੍ਰਿੰਸੀਪਲ ਬਣ ਗਏ। 1907 ਵਿੱਚ ਫਾਰੈਸਟ ਰਿਸਰਚ ਇੰਸਟੀਚਿਊਟ ਦੇਹਰਾਦੂਨ ਵਿੱਚ ਪ੍ਰੋਫੈਸਰ ਜਾ ਲੱਗੇ। 1912 ਵਿੱਚ ਆਪ ਸਿੱਖ ਵਿਦਿਅਕ ਕਾਨਫਰੰਸ ਵਿੱਚ ਆਏ ਅਤੇ ਇੱਥੇ ਭਾਈ ਵੀਰ ਸਿੰਘ ਦੇ ਪ੍ਰਭਾਵ ਹੇਠ ਆਪ ਫਿਰ ਸਿੰਘ ਸੱਜ ਗਏ। ਇਸ ਤਰ੍ਹਾਂ ਭਾਈ ਸਾਹਿਬ ਨੇ ਪੰਜਾਬੀ ਬੋਲੀ ਨੂੰ ਇੱਕ ਮਹਾਨ ਸਾਹਿਤਕਾਰ ਵੀ ਦਿੱਤਾ। ਭਾਈ ਸਾਹਿਬ ਤੋਂ ਬਿਨਾਂ ਪ੍ਰੋਫੈਸਰ ਪੂਰਨ ਸਿੰਘ ਉੱਪਰ ਵਾਲਟ ਵਿਟਮੈਨ, ਐਮਰਸਨ, ਰਸਕਿਨ, ਟਾਲਸਟਾਏ, ਕਾਰਲਾਈਲ, ਗੇਟੇ ਅਤੇ ਥਰੋ ਦਾ ਵੀ ਪ੍ਰਭਾਵ ਸੀ, ਪਰ ਉਹਨਾਂ ਦੀ ਰਚਨਾ ਮੌਲਿਕ ਹੀ ਰਹੀ। 1918 ਵਿੱਚ ਦੇਹਰਾਦੂਨ ਤੋਂ ਸਰਕਾਰੀ ਨੌਕਰੀ ਤੋਂ ਪੈਨਸ਼ਨ ਪਾ ਕੇ ਕੁਝ ਸਮਾਂ ਆਪ ਨੇ ਪਟਿਆਲੇ ਦੀ ਗਵਾਲੀਅਰ ਦੇ ਮਹਾਰਾਜੇ ਕੋਲ ਨੌਕਰੀ ਕੀਤੀ। ਫਿਰ ਆਪ ਸ਼ੂਗਰ ਫੈਕਟਰੀ ਸੁਰਈਆ ਵਿੱਚ ਨੌਕਰੀ 'ਤੇ ਜਾ ਲੱਗੇ, ਪਰ ਉੱਥੇ ਵੀ ਆਪ ਦਾ ਮਨ ਨਾ ਲੱਗਾ। 1926 ਵਿੱਚ ਜੜ੍ਹਾਂਵਾਲਾ ਵਿਖੇ ਇੱਕ ਫਾਰਮ ਖੋਲ੍ਹਿਆ, ਪਰ 1929 ਵਿੱਚ ਆਪ ਤਪਦਿਕ ਦਾ ਸ਼ਿਕਾਰ ਹੋ ਗਏ ਅਤੇ 1931 ਵਿੱਚ ਆਪ ਅਕਾਲ ਚਲਾਣਾ ਕਰ ਗਏ। ਪੂਰਨ ਸਿੰਘ ਇੱਕ ਅਲਬੇਲਾ ਅਤੇ ਆਜ਼ਾਦ ਵਿਅਕਤੀ ਸੀ। ਉਹ ਆਪਣੇ ਸਮੇਂ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਬੌਧਿਕ ਲਹਿਰਾਂ ਦੇ ਨਾਲ ਤੁਰਿਆ। ਲਾਲਾ ਹਰਦਿਆਲ ਵਰਗੇ ਦੇਸ਼ ਭਗਤ ਆਪ ਦੇ ਦੋਸਤ ਸਨ ਅਤੇ ਦੇਹਰਾਦੂਨ ਆਪ ਦਾ ਘਰ ਦੇਸ਼ ਭਗਤਾਂ ਦੀ ਪਨਾਹਗਾਹ ਸੀ। ਆਪ ਨੇ ਜਜ਼ਬੇ, ਗੁੱਦੀ, ਵਾਰਤਕ ਅਤੇ ਕਵਿਤਾ ਲਿਖੀ। ਆਪ ਸਾਹੋ ਸਾਹ ਲਿਖਦੇ ਸਨ। ਪੂਰਨ ਸਿੰਘ ਕਵਿਤਾ ਨੂੰ ਛੰਦਾਬੰਦੀ ਦੇ ਬੰਧਨਾਂ ਵਿੱਚ ਕੈਦ ਕਰਨਾ ਪਸੰਦ ਨਹੀਂ ਸਨ ਕਰਦੇ। ਆਪ ਨੇ ਛੰਦ ਮੁਕਤ ਕਵਿਤਾ ਦੀ ਰਚਨਾ ਕੀਤੀ। ਆਪ ਨੇ ਹੇਠ ਲਿਖੇ ਅਨੁਸਾਰ ਰਚਨਾ ਕੀਤੀ। ਅੰਗਰੇਜ਼ੀ ਗਦ ਏ ਬੁੱਕ ਆਫ 10 ਮਾਸਟਰਜ਼ ਸਿਸਟਰਜ਼ ਆਫ ਦੀ ਸਪਿਨਿੰਗ ਵੀਲ, ਆਨ ਦੀ ਪਾਥਸ ਆਫ ਲਾਈਫ, ਦੀ ਸਪਿਰਿਟ ਆਫ ਓਰੀਐਂਟਲ, ਦ ਸਪਿਰਿਟ ਆਫ ਬਾਰਨ ਪੀਪਲ ਐਂਡ ਐਨ ਈਵਨਿੰਗ ਵਿਦ ਸੈਲਫ, ਦੀ ਅਨਪ੍ਰਸੰਗ ਬੀਡਜ਼, ਲਾਈਫ ਆਫ ਸਵਾਮੀ ਰਾਮ ਤੀਰਥ। ਅੰਗਰੇਜ਼ੀ ਦੀ ਕਵਿਤਾ ਦ ਰੋਜ਼ਿਜ਼ ਆਫ ਕਸ਼ਮੀਰ, ਦੀ ਬਰਨਿੰਗ ਕੈਂਡਲਜ਼, ਦੀ ਵੀਣਾ ਪਲੇਅਰਜ਼, ਦੀ ਵਾਇਸਿਜ਼ ਆਫ ਵਿੰਡਸ ਐਂਡ ਵਾਟਰਜ਼, ਦੀ ਹਿਮਾਲਾਇਨ ਪਾਈਨਜ਼ ਐਂਡ ਅਦਰ ਪੋਇਮਜ਼, ਦੀ ਵਾਂਡਰਿੰਗ ਮਿਨਸਟਰਲ। ਪੰਜਾਬੀ ਤੋਂ ਅੰਗਰੇਜ਼ੀ ਵਾਦ।
ਨਰਗਸ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ। ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ। ਐਮਰਸਨ ਦੇ ਨਿਬੰਧ। ਕਲਾਧਾਰੀ ਅਤੇ ਕਲਾਧਾਰੀ ਦੀ ਪੂਜਾ। ਮੋਇਆਂ ਦੀ ਜਾਗ। ਪੰਜਾਬੀ ਕਵਿਤਾ। ਖੁੱਲ੍ਹੇ ਅਸਮਾਨੀ ਰੰਗ, ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ। ਪੰਜਾਬੀ ਗਦ। ਖੁੱਲ੍ਹੇ ਲੇਖ। ਇਸ ਤੋਂ ਬਿਨਾਂ ਪੂਰਨ ਸਿੰਘ ਦੇ ਹਿੰਦੀ ਵਿੱਚ ਵੀ ਕਈ ਲੇਖ ਪ੍ਰਕਾਸ਼ਿਤ ਹੋਏ। ਸ਼ੈਲੀ ਅਤੇ ਨਿਬੰਧ ਕਲਾ। ਪ੍ਰੋਫੈਸਰ ਪੂਰਨ ਸਿੰਘ ਦੀ ਸ਼ੈਲੀ ਦੀ ਮੌਲਿਕਤਾ ਉਸਦੇ ਵਿਚਾਰਾਂ ਦੀ ਮੌਲਿਕਤਾ ਨਾਲੋਂ ਵਧੇਰੇ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਹੈ। ਇਸ ਪ੍ਰਕਾਰ ਪ੍ਰੋਫੈਸਰ ਪੂਰਨ ਸਿੰਘ ਦੀ ਅਸਲ ਮਹਾਨਤਾ ਉਸ ਦੀ ਵਾਰਤਕ ਸ਼ੈਲੀ ਕਰਕੇ ਹੈ। ਪੂਰਨ ਸਿੰਘ ਦੀ ਪੰਜਾਬੀ ਵਾਰਤਕ ਬੜੇ ਉੱਚੇ ਪੱਧਰ ਦੀ ਹੈ। ਉਸਨੇ ਵਾਰਤਕ ਦੀ ਰਚਨਾ ਆਤਮ ਪ੍ਰਕਾਸ਼ ਲਈ ਕੀਤੀ। ਉਸਦੀ ਵਾਰਤਕ ਵਿੱਚ ਬੁੱਧੀ ਨਾਲੋਂ ਵਲਵਲ ਪ੍ਰਧਾਨ ਹੈ ਅਤੇ ਇਹ ਵਾਰਤਕ ਨਾਲੋਂ ਕਵਿਤਾ ਦੇ ਵਧੇਰੇ ਨੇੜੇ ਹੈ। ਉਹ ਇੱਕ ਵਿਸ਼ੇ ਨੂੰ ਛੋਹ ਕੇ ਪਾਠਕਾਂ ਨੂੰ ਲੜ ਫੜਾਏ ਬਿਨਾਂ ਅੱਗੇ ਅੱਗੇ ਤੁਰਿਆ ਜਾਂਦਾ ਹੈ। ਉਸਦੇ ਵਿਚਾਰਾਂ ਵਿੱਚ ਇਕਸਾਰਤਾ ਅਤੇ ਨਿਆਂਏ ਲੜੀ ਨਹੀਂ ਹੁੰਦੀ। ਉਸਦੀ ਰਚਨਾ ਵਿੱਚ ਦਿਲ ਪ੍ਰਧਾਨ ਹੈ, ਬੁੱਧੀ ਨਹੀਂ, ਅਤੇ ਦਿਲ ਦੀਆਂ ਗੱਲਾਂ ਵਧੇਰੇ ਕਰਕੇ ਕਵਿਤਾ ਵਿੱਚ ਹੀ ਲਿਖੀਆਂ ਜਾਂਦੀਆਂ ਹਨ। ਇਸ ਪ੍ਰਕਾਰ ਦੇ ਬਹੁਤ ਸਾਰੇ ਲੱਛਣ ਉਸਦੀ ਕਵਿਤਾ ਵਿੱਚ ਸਮੋਏ ਪਏ ਹਨ। ਅਲੰਕਾਰਾਂ ਦੀ ਵਰਤੋਂ ਉਸਨੇ ਬਹੁਤ ਜ਼ਿਆਦਾ ਕੀਤੀ ਹੈ ਅਤੇ ਇਸ ਝਮੇਲੇ ਵਿੱਚ ਕਈ ਥਾਈਂ ਇੰਨਾ ਖੁੱਭ ਗਿਆ ਹੈ ਕਿ ਆਪਣਾ ਅਸਲੀ ਮੰਤਵ ਹੀ ਅਲੰਕਾਰਾਂ ਵਿੱਚ ਗਵਾ ਬੈਠਾ ਹੈ। ਇਸੇ ਕਾਰਨ ਹੀ ਉਸਦੀ ਰਚਨਾ ਅਨਿਸ਼ਚਿਤਤਾ ਅਤੇ ਅਸਪਸ਼ਟਤਾ ਨਾਲ ਭਰਪੂਰ ਹੈ। ਉਹ ਰਮਜ਼ ਨਾਲ ਗੱਲ ਕਰਦਾ ਹੈ। ਉਸਦੀਆਂ ਵਾਰਤਕ ਵਿੱਚ ਬਲਬਲਿਆਂ ਕੁਦਰਤ ਵਰਣਨ, ਸੁਹਜ ਅਤੇ ਸੁੰਦਰਤਾ ਦਾ ਤੂਫਾਨ ਉੱਠ ਪੈਂਦਾ ਹੈ। ਉਹ ਆਪਣੇ ਭਾਵਾਂ ਨੂੰ ਪੇਸ਼ ਕਰਨ ਲਈ ਸ਼ਬਦ ਚਿੱਤਰਾਂ ਤੋਂ ਕੰਮ ਲੈਂਦਾ ਹੈ। ਦੇਖੋ ਨਮੂਨਾ। ਊੜਾ। ਕਾਲੇ ਕਾਲੇ ਬੱਦਲ ਘਟਾ ਟੋਪ ਆਣ ਪਰਬਤਾਂ 'ਤੇ ਛਾਂਦੇ ਹਨ। ਪ੍ਰਤੀਤ ਹੁੰਦਾ ਹੈ ਕਾਲੀ ਪਰਲੋਂ ਆ ਗਈ ਹੈ, ਪਰ ਜਿਵੇਂ ਹਿੱਸੇ ਦੀਵਿਆਂ ਵਿੱਚ ਪਿਆਰ ਵਾਲੇ ਚੁੱਪ ਕੋਈ ਗੱਲਾਂ ਕਰਦੇ ਹਨ, ਉਹਨਾਂ ਦੇ ਹੱਥ ਪੈਰ ਕਾਂਬਿਆਂ ਵਿੱਚ ਥਰਥਰਾਉਂਦੇ ਹਨ, ਤਿਵੇਂ ਹੀ ਇਸਲ ਬੱਦਲ ਹਨੇਰੇ ਦੇ ਪਰਦੇ ਪਿੱਛੇ ਕਿਸੇ ਰਸਿਕ ਪੁਰਖ ਦੇ ਹੱਥ ਫੁੱਟੀ ਫੁੱਟੀ ਧੂੰਦੀ ਬਰਫ਼ ਦੀ ਕਲਮ ਫੜੀ ਹੋਈ ਰਸਿਕ ਕਿਰਤ ਵਿੱਚ ਕੰਬ ਰਹੇ ਹਨ ਅਤੇ ਪਰਦੇ ਅੰਦਰ ਹਨੇਰੇ ਵਿੱਚ ਕੋਈ ਅਕਹਿ ਦਰਸ਼ਨ ਤਿਆਰ ਹੋ ਰਿਹਾ ਹੈ ਅਤੇ ਇਸ ਨਿੱਕੀ ਨਿੱਕੀ ਰਸਕ ਹਿਲ ਚਿਲ ਦਾ ਪਤਾ ਤਦ ਹੀ ਲੱਗਦਾ ਹੈ ਜਦ ਗੂੜ੍ਹੇ ਰੰਗ ਰੰਗਣ ਵਾਲਾ ਰੰਗਰੇਜ਼ ਹਨੇਰੇ ਦਾ ਪਰਦਾ ਅੱਧਾ ਖੱਬੇ ਅੱਧਾ ਸੱਜੇ ਅਚਾਨਕ ਪਰੇ ਕਰਕੇ ਦੂਰ ਬੈਠਾ ਦੂਨ ਦੀ ਅੱਗ ਅੱਗੇ ਇਸ ਨਵੀਂ ਵਿਆਹੀ ਵਹੁਟੀ ਦੇ ਚਮਕਦੇ ਮੁੱਖ ਵਾਂਗ ਚੋਟੀ 'ਤੇ ਇੱਕ ਸਿੱਜੀ ਹੀਰੇ ਜੜੀ ਪਰਬਤ ਦੀ ਚੋਟੀ ਦਾ ਵਰਣਨ ਕਰਦਾ ਹੈ। ਹੜ੍ਹ। ਖਿਆਲ ਸੋਚੇ ਨਹੀਂ ਜਾਂਦੇ, ਆਪ ਮੁਹਾਰੇ ਹੀ ਚਿੱਟੇ ਬਾਜਾਂ ਵਾਂਗ ਉਡਾਰੀਆਂ ਮਾਰਦੇ ਨੀਲੇ ਗਗਨ ਵਿੱਚ ਆਪਣੇ ਸੋਹਣੇ ਢੰਗਾਂ ਦੀ ਫਰਫਰਾਹਟ ਵਿੱਚ ਰੂਪਮਾਨ ਹੁੰਦੇ ਹਨ। ਪੂਰਨ ਸਿੰਘ ਦੀ ਲਿਖਤ ਵਿੱਚ ਵਿਆਕਰਨਿਕ ਪੱਖੋਂ ਬਹੁਤ ਸਾਰੀਆਂ ਉਕਾਈਆਂ ਹਨ। ਉਸਦੇ ਵਾਕ ਲੰਬੇ ਲੰਬੇ ਹਨ ਅਤੇ ਉਹ ਆਪਣੀ ਲਿਖਤ ਨੂੰ ਪੈਰਿਆਂ ਵਿੱਚ ਵੀ ਘੱਟ ਹੀ ਵੰਡਦਾ ਹੈ। ਉਹ ਇੱਕੋ ਵਾਕ ਨੂੰ ਸ਼ੁਰੂ ਕਰਕੇ ਦੋ ਦੋ ਸਫ਼ੇ ਤੱਕ ਖਿੱਚੀ ਜਾਂਦਾ ਹੈ। ਉਸਦੀ ਰਚਨਾ ਵਿੱਚ ਨਿਆਏ ਸੰਗਲੀ ਨਹੀਂ ਹੁੰਦੀ। ਖਿਆਲ ਉਗੜ ਦੁਗੜੇ ਹੁੰਦੇ ਹਨ। ਜਿਵੇਂ ਜਿਵੇਂ ਉਸ ਨੂੰ ਆਵੇਸ਼ ਹੁੰਦਾ ਹੈ ਉਹ ਲਿਖੀ ਜਾਂਦਾ ਹੈ, ਪਰ ਨਿਸ਼ਟਕਸ਼ਟਤਾ ਅਤੇ ਦਲੇਰੀ ਉਸਦੀ ਵਾਰਤਕ ਦੇ ਦੋ ਮਹਾਨ ਗੁਣ ਹਨ। ਉਸਨੇ ਆਪਣੇ ਵਿਚਾਰਾਂ ਨੂੰ ਨਿੱਜਕ ਅਤੇ ਨਿਡਰ ਹੋ ਕੇ ਅਤੇ ਵੰਗਾਰ ਕੇ ਬਿਆਨ ਕੀਤਾ ਹੈ। ਵੇਖੋ ਨਮੂਨਾ। ਇਹ ਕਹਿਣਾ ਜਿਸ ਤਰ੍ਹਾਂ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਜੇ ਈਸਾ ਨੇ ਮੁਲਕੀ ਮਾਮਲੇ ਵਿੱਚ ਦਖ਼ਲ ਨਹੀਂ ਦਿੱਤਾ ਤਾਂ ਉਹ ਅੰਸ਼ ਵਿੱਚ ਉਹਨਾਂ ਦੀ ਘੱਟ ਮਹਾਨਤਾ ਸੀ। ਅਰਥਾਤ ਜਿਹੜਾ ਕੰਮ ਮੈਂ ਮਹਾਤਮਾ ਗਾਂਧੀ ਕਰ ਰਿਹਾ ਹਾਂ, ਜੇ ਉਹੋ ਜਿਹਾ ਕੰਮ ਪੈਗੰਬਰਾਂ ਨਹੀਂ ਕੀਤਾ ਅਤੇ ਉਸ ਹੱਦ ਤੱਕ ਪੈਗੰਬਰ ਹੀ ਨਹੀਂ ਸਨ। ਇਹ ਕਹਿਣਾ ਇਸ ਤੁੱਲ ਹੀ ਹੈ ਕਿ ਜਿਹੜਾ ਘਰ ਵਾਲਾ ਝੋਲੀ ਵਿੱਚ ਆਟਾ ਪਾ ਕੇ ਆਪਣੇ ਬਾਲ ਬੱਚੇ ਨੂੰ ਲਿਆ ਕੇ ਨਹੀਂ ਦਿੰਦਾ ਉਹ ਪਸ਼ੂ ਹੈ, ਬੰਦਾ ਹੀ ਨਹੀਂ। ਸੋ ਇਸ ਕਥਨ ਮਹਾਤਮਾ ਗਾਂਧੀ ਦਾ ਸੱਚ ਨਹੀਂ। ਸਮੁੱਚੇ ਤੌਰ 'ਤੇ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਸਾਹਿਤ ਦਾ ਇੱਕ ਮਹਾਨ ਲਿਖਾਰੀ ਸੀ ਅਤੇ ਉਸਦੀ ਵਾਰਤਕ ਰਚਨਾ ਪੰਜਾਬੀ ਸਾਹਿਤ ਵਿੱਚ ਆਪਣਾ ਮੌਲਿਕ ਅਤੇ ਉੱਚਾ ਦਰਜਾ ਰੱਖਦੀ ਹੈ।